Hello everyone, I'm Gagandeep Kaur, Physics lecturer from School of Eminence PKW District Tarantaran। ਅੱਜ ਅਸੀਂ +2 ਕਲਾਸ ਦੇ ਫਿਜ਼ਿਕਸ ਦਾ ਟੌਪਿਕ ਡਿਸਕਸ ਕਰਨ ਲੱਗੇ ਹਾਂ ਰਿਫਰੈਕਸ਼ਨ ਆਫ ਲਾਈਟ। ਰਿਫਰੈਕਸ਼ਨ ਆਫ ਲਾਈਟ ਕੀ ਹੁੰਦਾ ਹੈ? Refraction of light, it is the phenomena that take place due to bending of light। Light ਜਦੋਂ bend ਹੁੰਦੀ ਹੈ when it travel from one medium to another। ਕੋਈ ਵੀ ਲਾਈਟ ਰੇ ਜਦੋਂ ਇੱਕ ਮੀਡੀਅਮ ਤੋਂ ਦੂਜੇ ਮੀਡੀਅਮ ਜਾਂਦੇ ਹੋਏ ਤਾਂ ਉਹ ਆਪਣਾ ਰਸਤਾ ਕੀ ਕਰਦੀ ਹੈ, ਚੇਂਜ ਕਰ ਲੈਂਦੇ ਆ। ਤਾਂ ਉਸ ਰਸਤਾ ਚੇਂਜ ਕਰਨ ਦੇ ਫਿਨੋਮੀਨਾ ਨੂੰ ਹੀ ਅਸੀਂ ਬੋਲਦੇ ਹਾਂ ਰਿਫਰੈਕਸ਼ਨ ਆਫ ਲਾਈਟ। ਜਿੱਦਾਂ ਇੱਥੇ ਪਾਣੀ ਦੇ ਗਲਾਸ ਦੇ ਵਿੱਚ ਕੀ ਸ਼ੋ ਹੋ ਰਿਹਾ ਕਿ ਕੋਈ ਵੀ ਪੈਨਸਿਲ ਹੈ, ਬਟ ਇੱਥੇ ਕੋਈ ਪੈਨਸਿਲ ਮੁੜੀ ਹੋਈ ਨਹੀਂ ਹੈ। ਕੋਈ ਵੀ ਸਿੱਧੀ ਇੱਕ ਪੈਨਸਿਲ ਹੈ, ਪੈਨਸਿਲ ਨੂੰ ਜਦੋਂ ਅਸੀਂ ਪਾਣੀ ਦੇ ਗਲਾਸ ਵਿੱਚ ਵੇਖਦੇ ਹਾਂ ਤਾਂ ਸਾਨੂੰ ਉਹ ਕੀ ਹੋ ਰਿਹਾ, ਉੱਥੋਂ ਥੋੜ੍ਹੀ ਜਿਹੀ ਮੁੜੀ ਹੋਈ ਨਜ਼ਰ ਆਉਂਦੀ ਹੈ। ਕੀ ਉਹ ਪੈਨਸਿਲ ਪਾਣੀ 'ਚ ਜਾ ਕੇ ਟੁੱਟ ਜਾਂਦੀ ਹੈ? ਬਿਲਕੁਲ ਨਹੀਂ, ਪੈਨਸਿਲ ਟੁੱਟਦੀ ਨਹੀਂ ਹੈ, ਬਟ ਸਾਨੂੰ ਟੁੱਟੀ ਹੋਈ ਨਜ਼ਰ ਆਉਂਦੀ ਹੈ। ਕਿਉਂ? ਬਿਕੋਜ਼ ਆਫ ਰਿਫਰੈਕਸ਼ਨ ਆਫ ਲਾਈਟ। ਜਿੱਦਾਂ ਕਿ ਇੱਥੇ ਦੇਖੋ ਪਾਣੀ ਦੇ ਵਿੱਚ ਅਸੀਂ ਪੈਨਸਿਲ ਪਾਈ ਤਾਂ ਇਹ ਕੀ ਹੈ, ਐਕਚੁਅਲ ਪੈਨਸਿਲ ਪਾਣੀ ਦੇ ਵਿੱਚ ਜਦੋਂ ਪਾਈ ਤਾਂ ਇੱਥੋਂ ਲਾਈਟ ਰੇਸ ਨੇ ਜਿਹੜੀਆਂ ਉਹ ਸਿੱਧੀਆਂ ਜਾ ਰਹੀਆਂ ਨੇ। ਬਟ ਇਸ ਇੰਟਰਫੇਸ 'ਤੇ ਆ ਕੇ ਕੀ ਹੋ ਰਿਹਾ, ਜਦੋਂ ਪਾਣੀ ਦੇ ਵਿੱਚੋਂ ਲਾਈਟ ਰੇਸ ਏਅਰ ਦੇ ਵਿੱਚ ਆ ਰਹੀਆਂ ਨੇ, ਲਾਈਟ ਰੇਸ ਜਦੋਂ ਵਾਟਰ ਦੇ ਵਿੱਚੋਂ ਏਅਰ ਦੇ ਵਿੱਚ ਆਉਂਦੀਆਂ ਤਾਂ ਉਹ ਆਪਣਾ ਰਸਤਾ ਜਿਹੜਾ ਚੇਂਜ ਕਰ ਰਹੀਆਂ ਨੇ। ਡੈਂਸਰ ਤੋਂ ਰੇਅਰ ਮੀਡੀਅਮ ਤੱਕ ਆਉਂਦੇ ਹੋਏ ਲਾਈਟ ਕੀ ਹੈਗੀ, ਲਾਈਟ ਬੈਂਡ ਅਵੇ ਫਰੋਮ ਨਾਰਮਲ। ਠੀਕ ਹੈ, ਨਾਰਮਲ ਤੋਂ ਦੂਰ ਹਟ ਜਾਂਦੀ ਹੈ ਤਾਂ ਉਹ ਕੀ ਹੈ, ਆਪਣਾ ਰਸਤਾ ਚੇਂਜ ਕਰਕੇ ਸਾਨੂੰ ਇੱਧਰ ਦੀ ਨਜ਼ਰ ਆ ਰਹੀਆਂ ਨੇ। ਇਸੇ ਕਰਕੇ ਕੀ ਹੈ ਕਿ ਰਿਫਰੈਕਸ਼ਨ ਹੈ ਜਿਹੜੀ ਉਹ ਰਿਫਰੈਕਸ਼ਨ ਕਰਕੇ ਪੈਨਸਿਲ ਜਿਹੜੀ ਸਾਨੂੰ ਇੱਥੋਂ ਦੀ ਬਜਾਏ ਇਸ ਪੁਆਇੰਟ ਤੋਂ ਨਜ਼ਰ ਆ ਰਹੀ ਹੈ। ਤਾਂ ਦੇਖੋ ਸਿੱਧੀ ਪੈਨਸਿਲ ਸੀ ਇੱਥੇ, ਬਟ ਸਾਨੂੰ ਸ਼ੋ ਕਿੱਦਾਂ ਹੋ ਰਹੀ ਆ, ਉਹ ਇੱਦਾਂ ਸ਼ੋ ਹੋ ਰਹੀ ਹੈ। ਇੱਥੋਂ ਸਾਨੂੰ ਪੈਨਸਿਲ ਹੈ ਜਿਹੜੀ ਉਹ ਕੀ ਹੋਈ, ਮੁੜੀ ਹੋਈ ਨਜ਼ਰ ਆਉਂਦੀ ਹੈ। ਦਿਸ ਇਜ਼ ਜਸਟ ਬਿਕੋਜ਼ ਆਫ ਰਿਫਰੈਕਸ਼ਨ ਆਫ ਲਾਈਟ। ਨੈਕਸਟ ਇਜ਼ ਦਾ ਪ੍ਰਿਜ਼ਮ। ਪ੍ਰਿਜ਼ਮ ਕੀ ਹੁੰਦਾ? ਪ੍ਰਿਜ਼ਮ ਇਟ ਇਜ਼ ਦਾ ਸਰਫੇਸ। ਪ੍ਰਿਜ਼ਮ ਇੱਕ ਟਰਾਂਸਪੇਰੈਂਟ ਸਰਫੇਸ ਹੈ ਜਿਸ ਦੇ ਵਿੱਚ ਕੀ ਹੁੰਦਾ ਕਿ ਲਾਈਟ ਰੇ, ਕੋਈ ਵੀ ਵਾਈਟ ਲਾਈਟ ਜਦੋਂ ਐਂਟਰ ਹੁੰਦੀ ਹੈ ਉਸ ਦੇ ਵਿੱਚ ਤਾਂ ਉਹ 7 ਕਲਰਸ ਦੇ ਵਿੱਚ ਸਪਲਿਟ ਹੋ ਜਾਂਦੀ ਹੈ। ਅਤੇ 7 ਕਲਰਸ ਕਿਹੜੇ ਹੁੰਦੇ ਆ? ਦੀਸ ਆਰ ਵਾਇਲਟ, ਇੰਡੀਗੋ, ਬਲੂ, ਗ੍ਰੀਨ, ਯੈਲੋ, ਔਰੇਂਜ ਐਂਡ ਰੈੱਡ। ਅਤੇ 7 ਕਲਰਸ ਮਿਲ ਕੇ ਹੀ ਵਿਬਗਿਓਰ ਬਣਾਉਂਦੇ ਆ। ਸੇਮ ਤਾਂ this phenomena of splitting of white light into 7 constituent colors is called dispersion of light। dispersion of light ਇਹੀ ਇੱਕ ਫਿਨੋਮੀਨਾ ਜਿਸ ਦੇ ਕਰਕੇ ਸਾਨੂੰ ਆਸਮਾਨ ਦੇ ਵਿੱਚ ਰੇਨਬੋ ਨਜ਼ਰ ਆਉਂਦਾ। ਰੇਨਬੋ ਨਜ਼ਰ ਕਿਉਂ ਆਉਂਦਾ? ਕਿਉਂਕਿ ਬਾਰਿਸ਼ ਤੋਂ ਬਾਅਦ ਜਿਹੜੀਆਂ ਡ੍ਰੌਪਲੈਟਸ ਨੇ, ਵਾਟਰ ਡ੍ਰੌਪਲੈਟਸ ਕੁਛ ਕੁ ਏਅਰ ਦੇ ਵਿੱਚ ਹੀ ਰਹਿ ਜਾਂਦੀਆਂ ਨੇ। ਤਾਂ ਜਦੋਂ ਵਾਈਟ ਲਾਈਟ ਹੈ ਜਿਹੜੀ ਉਸ ਡ੍ਰੌਪਲੈਟ 'ਤੇ ਪੈਂਦੀ ਆ ਤਾਂ ਡ੍ਰੌਪਲੈਟ ਪ੍ਰਿਜ਼ਮ ਦੀ ਤਰ੍ਹਾਂ ਐਕਟ ਕਰਦਾ, ਪ੍ਰਿਜ਼ਮ ਦੀ ਤਰ੍ਹਾਂ ਕੰਮ ਕਰ ਰਿਹਾ। ਤਾਂ ਉਸ ਡ੍ਰੌਪਲੈਟ ਦੇ ਵਿੱਚੋਂ ਜਦੋਂ ਵਾਈਟ ਲਾਈਟ ਐਂਟਰ ਹੁੰਦੀ ਹੈ ਤਾਂ ਉਹ 7 ਕਲਰਸ ਦੇ ਵਿੱਚ ਸਪਲਿਟ ਹੋ ਜਾਂਦੀ ਹੈ, ਜਿਸ ਦੇ ਕਰਕੇ ਹੀ ਸਾਨੂੰ ਰੇਨਬੋ ਹੈ ਜਿਹੜਾ ਨਜ਼ਰ ਆਉਂਦਾ ਹੈ। ਹੁਣ ਅਸੀਂ ਦੇਖਣਾ ਰਿਫਰੈਕਸ਼ਨ ਥਰੂ ਅ ਪ੍ਰਿਜ਼ਮ। ਪ੍ਰਿਜ਼ਮ ਦੇ ਵਿੱਚੋਂ ਰਿਫਰੈਕਸ਼ਨ ਜਿਹੜੀ ਹੁੰਦੀ ਹੈ ਕਿੱਦਾਂ ਹੋ ਰਹੀ ਹੈ, ਅਤੇ ਇਸ ਦੇ ਨਾਲ ਹੀ ਅਸੀਂ ਇੱਥੋਂ ਡਰਾਈਵ ਕਰਾਂਗੇ ਪ੍ਰਿਜ਼ਮ ਫਾਰਮੂਲਾ। ਬਟ ਪ੍ਰਿਜ਼ਮ ਫਾਰਮੂਲਾ ਡਰਾਈਵ ਕਰਨ ਤੋਂ ਪਹਿਲਾਂ ਅਸੀਂ ਦੇਖਣਾ ਹੈ ਕਿ ਇੱਥੇ ਰਿਫਰੈਕਸ਼ਨ ਕਿੱਦਾਂ ਹੋ ਰਹੀ ਹੈ। ਦੇਖੋ ਇੱਥੇ ਕੋਈ ਵੀ ਇੰਸੀਡੈਂਟ ਰੇ ਜਦੋਂ ਸਟਰਾਈਕ ਕਰਵਾਈ ਤਾਂ ਇਸ ਪੁਆਇੰਟ 'ਤੇ ਇਹ ਕੀ ਹੈ, ਇੰਟਰਫੇਸ। ਇਸ ਪੁਆਇੰਟ 'ਤੇ ਅਸੀਂ ਇੱਕ ਨਾਰਮਲ ਡਰੋ ਕੀਤਾ। ਨਾਰਮਲ ਡਰੋ ਕਰਨ ਦੇ ਨਾਲ ਕੀ ਹੋਇਆ, ਇੱਥੇ ਇੰਸੀਡੈਂਟ ਐਂਗਲ ਡਰੋ ਹੋ ਗਿਆ। ਇੰਸੀਡੈਂਟ ਐਂਗਲ ਡਰੋ ਕਰਨ ਤੋਂ ਬਾਅਦ ਜਿਹੜੀ ਇੰਸੀਡੈਂਟ ਰੇ ਆ ਇੱਥੋਂ ਅੰਦਰ ਕੀ ਹੋ ਗਈ, ਇਟ ਬੈਂਡ ਟੂਵਰਡਸ ਦਾ ਨਾਰਮਲ।
ਜਦੋਂ ਕੋਈ ਵੀ ਰੇ ਆਫ ਲਾਈਟ ਰੇਅਰ ਤੋਂ ਡੈਂਸਰ ਮੀਡੀਅਮ ਜਾਂਦੀ ਹੈ ਤਾਂ ਉਹ ਕੀ ਹੋ ਰਹੀ ਹੈ, ਨਾਰਮਲ ਵੱਲ ਬੈਂਡ ਹੋ ਜਾਂਦੀ ਹੈ। ਤੇ ਇੱਥੇ ਅਸੀਂ ਸ਼ੋ ਕਰ ਰਹੇ ਹਾਂ ਕਿ ਦਿਖਾਈ ਦੇ ਰਹੀ ਹੈ ਨਾ ਸਾਨੂੰ ਕਿ ਲਾਈਟ ਰੇ ਆ ਜਿਹੜੀ ਨਾਰਮਲ ਵੱਲ ਬੈਂਡ ਹੋ ਗਈ। ਐਕਚੁਅਲ 'ਚ ਤਾਂ ਉਸਦਾ ਰਸਤਾ ਇਹ ਸੀ, ਬਟ ਉਹ ਕੀ ਹੋ ਗਈ, ਥੋੜ੍ਹੀ ਜਿਹੀ ਨਾਰਮਲ ਵੱਲ ਬੈਂਡ ਹੋ ਕੇ ਇਸ ਰਸਤੇ 'ਤੇ ਸਾਨੂੰ ਸ਼ੋ ਹੋ ਰਹੀ ਹੈ। ਤਾਂ ਇਹ ਵਾਲਾ ਐਂਗਲ ਰਿਫਰੈਕਸ਼ਨ ਰੇ ਦਾ ਨਾਰਮਲ ਦੇ ਨਾਲ ਜੋ ਐਂਗਲ ਬਣ ਰਿਹਾ ਉਸ ਨੂੰ ਬੋਲਦੇ ਆ ਐਂਗਲ ਆਫ ਰਿਫਰੈਕਸ਼ਨ। ਨੈਕਸਟ सॉरी अपन नेक्स्ट डिस्कस कर रहे हैं नेक्स्ट डिस्कस करते हैं और फिर देखते हैं। इथों लाइट रे है जेडी वो इधर जा रही है। ਨੈਕਸਟ ਕੀ ਹੋਇਆ, ਨੈਕਸਟ ਇੰਟਰਫੇਸ ਤੇ ਸੇਮ ਜੋ ਇਹ ਵਾਲੀ ਰੇ ਆ ਇਹ ਜਦੋਂ ਬਾਹਰ ਆਏਗੀ ਤਾਂ ਉੱਥੇ ਕੀ ਹੋ ਰਿਹਾ, ਫਿਰ ਰਿਫਰੈਕਸ਼ਨ ਹੋ ਰਹੀ ਹੈ। ਬਟ ਅਗਰ ਦੇਖਿਆ ਜਾਏ ਤਾਂ ਰਿਫਰੈਕਸ਼ਨ ਹੈ ਜਿਹੜੀ ਇਸ ਪੁਆਇੰਟ ਤੇ ਦੇਖੋ, ਹੁਣ ਇਸ ਪੁਆਇੰਟ ਤੇ ਕੀ ਹੋ ਰਿਹਾ ਕਿ ਡੈਂਸਰ ਮੀਡੀਅਮ ਤੋਂ ਰੇਅਰ ਜਿਹੜੀ ਉਹ ਰੇਅਰ ਮੀਡੀਅਮ 'ਚ ਜਾ ਰਹੀ ਆ। ਡੈਂਸਰ ਤੋਂ ਰੇਅਰ ਤੱਕ ਆਉਂਦੇ ਹੋਏ ਰੇ ਆਫ ਲਾਈਟ ਹੈ ਜਿਹੜੀ ਦੈਟ ਬੈਂਡਸ ਅਵੇ ਫਰੋਮ ਨਾਰਮਲ, ਨਾਰਮਲ ਤੋਂ ਦੂਰ ਹਟ ਜਾਂਦੀ ਹੈ। ਤਾਂ ਉਹਨੇ ਕੀ ਸੀਗਾ, ਐਕਚੁਅਲ 'ਚ ਰਸਤਾ ਉਸਦਾ ਇਹ ਹੋਣਾ ਸੀ, ਬਟ ਉਹ ਕੀ ਹੋ ਗਿਆ, ਉਸ ਤੋਂ ਦੂਰ ਹਟ ਕੇ ਇਸ ਰਸਤੇ ਤੇ ਸਾਨੂੰ ਸ਼ੋ ਹੋ ਰਹੀ ਹੈ। ਦਿਸ ਇਜ਼ ਕਾਲਡ ਰਿਫਰੈਕਸ਼ਨ ਆਫ ਲਾਈਟ। ਰਿਫਰੈਕਸ਼ਨ ਦੇ ਦੋ ਕੇਸਿਸ ਹੁੰਦੇ ਆ ਕਿ when light travel from rare to denser it bend towards the normal, and if it move from denser to rarer medium then it bend away from normal। ਠੀਕ ਹੈ, ਤੋਂ ਨਾਰਮਲ ਤੋਂ ਦੂਰ ਹਟ ਜਾਂਦੀ ਹੈ ਤੇ ਇਸ ਕੇਸ ਦੇ ਵਿੱਚ ਉਹ ਨਾਰਮਲ ਵੱਲ ਬੈਂਡ ਹੋ ਜਾਂਦੀ ਹੈ। ਦੇਖੋ ਇੱਥੇ ਐਂਗਲ ਸ਼ੋ ਕੀਤੇ ਆ, ਦਿਸ ਇਜ਼ ਦ ਐਂਗਲ ਆਫ ਇਨਸੀਡੈਂਸ, ਐਂਗਲ ਆਫ ਇਮਰਜੈਂਸ, ਐਂਗਲ ਆਫ ਰਿਫਰੈਕਸ਼ਨ ਐਂਡ ਐਂਗਲ ਆਫ ਰਿਫਰੈਕਸ਼ਨ। ਐਂਗਲ ਆਫ ਰਿਫਰੈਕਸ਼ਨ ਫਸਟ ਸਰਫੇਸ ਤੇ ਸੈਕਿੰਡ ਸਰਫੇਸ ਤੇ, ਦੋ ਸਰਫੇਸ ਤੇ ਇਸ ਲਈ ਐਂਗਲ R1 ਤੇ ਇਸ ਨੂੰ ਐਂਗਲ R2 ਦਿੱਤਾ ਹੈ। ਤੇ ਐਂਗਲ ਆਫ ਡੇਵੀਏਸ਼ਨ, ਇਸ ਦੇ ਨਾਲ ਹੀ ਅਸੀਂ ਇੱਕ ਹੋਰ ਐਂਗਲ ਡਿਸਕਸ ਕਰਨਾ, ਐਂਗਲ ਆਫ ਡੇਵੀਏਸ਼ਨ, ਯਾਨੀ ਕਿ ਜਿਹੜੀ ਲਾਈਟ ਰੇ ਆ ਆਪਣੇ ਪਾਥ ਤੋਂ ਐਕਚੁਅਲ ਕਿੰਨਾ ਡੇਵੀਏਟ ਹੋਈ ਆ। ਹੁਣ ਇੱਥੇ ਦੇਖੋ ਕਿ ਲਾਈਟ ਰੇ ਆ ਜਿਹੜੀ ਇਸ ਰਸਤੇ ਤੋਂ ਜਾਂਦੀ ਹੋਈ ਇੱਧਰ ਬੈਂਡ ਹੋ ਗਈ। ਅਗਰ ਅਸੀਂ ਇੰਸੀਡੈਂਟ ਰੇ ਨੂੰ ਅੱਗੇ ਐਕਸਟੈਂਡ ਕਰਵਾਈਏ ਤਾਂ ਇਹ ਵਾਲੀ ਰੇ ਬਣ ਰਹੀ ਆ, ਤੇ ਜਿਹੜੀ ਲਾਸਟ ਤੇ ਸਾਨੂੰ ਰੇ ਮਿਲ ਰਹੀ ਆ ਉਸ ਨੂੰ ਪਿੱਛੇ ਮੀਟ ਕਰਵਾਈਏ ਤਾਂ ਇੱਥੇ ਇੱਕ ਐਂਗਲ ਬਣ ਰਿਹਾ, ਸਮਾਲ ਐਂਗਲ। ਇਸ ਐਂਗਲ ਨੂੰ ਕੀ ਬੋਲਦੇ ਆ, ਇਸੇ ਐਂਗਲ ਨੂੰ ਬੋਲਦੇ ਆ ਐਂਗਲ ਆਫ ਡੇਵੀਏਸ਼ਨ, ਜਿਸ ਨੂੰ ਡੋਨੇਟ ਕਰਦੇ ਆ ਡੈਲਟਾ ਦੇ ਨਾਲ ਜਾਂ ਫਿਰ ਡੀ ਦੇ ਨਾਲ। ਦਿਸ ਸਮਾਲ ਐਂਗਲ ਇਜ਼ ਕਾਲਡ ਐਂਗਲ ਆਫ ਡੇਵੀਏਸ਼ਨ, ਯਾਨੀ ਕਿ ਲਾਈਟ ਰੇ ਹੈ ਜਿਹੜੀ ਆਪਣੇ ਰਸਤੇ ਤੋਂ ਕਿੰਨਾ ਡੈਵੀਏਟ ਹੋਈ ਹੈ। ਨੈਕਸਟ ਹੁਣ ਡਾਇਗਰਾਮ ਦੇ ਵਿੱਚ ਅਗਰ ਦੇਖੀਏ ਤਾਂ ਉੱਥੇ ਆਪਾਂ ਨੂੰ ਐਂਗਲ R1 R2 ਤੇ ਐਂਗਲ M ਮਿਲਣਗੇ। See here, this is the angle R1, R2 and angle M। ਤਾਂ ਅਗਰ ਇਸ ਨੂੰ ਆਪਾਂ ਐਕਸਟੈਂਡ ਕੀਤੀਏ ਤਾਂ ਇਹ ਦੇਖੋ ਇਹ ਕੀ ਬਣ ਰਹੀ ਹੈ, ਦਿਸ ਇਜ਼ ਅ ਸਮਾਲ ਟ੍ਰਾਇੰਗਲ। ਇਸ ਦਾ ਇੱਕ ਐਂਗਲ R1 ਹੈ, ਇੱਕ R2 ਹੈ ਤੇ ਇੱਕ ਐਂਗਲ M ਹੈ।
ਤਾਂ ਤਿੰਨੋਂ ਐਂਗਲ ਦਾ ਜਿਹੜਾ ਸਮ ਹੈ ਉਹ ਕੀ ਹੋਏਗਾ 180 ਡਿਗਰੀ। ਤੇ ਇੱਥੇ ਹੀ ਸ਼ੋ ਕੀਤਾ R1 plus R2 plus angle M is equals to 180। Similarly, ਇੱਕ quadrilateral ਲਈ ਹੈ AYZM। Move to the back। ਇਹ ਵਾਲੀ quadrilateral ਲਓ AYMZ। ਇਸ quadrilateral ਦੇ ਵੀ ਐਂਗਲਸ ਲਏ ਆ। ਇਸ quadrilateral ਦੇ ਵਿੱਚ ਸ਼ੋ ਕੀਤਾ ਕਿ ਐਂਗਲ A plus ਐਂਗਲ M is equals to, ਤਾਂ ਇਹ ਵਾਲੇ ਐਂਗਲ ਯਾਨੀ ਕਿ quadrilateral ਦੇ ਚਾਰ ਐਂਗਲਸ ਦਾ ਸਮ 360 ਹੁੰਦਾ। ਤਾਂ ਉਸ ਦੇ ਵਿੱਚ ਦੋ ਐਂਗਲਸ ਲਏ, ਦੋਨੋਂ ਐਂਗਲਸ ਦਾ ਉਹਨਾਂ ਨੇ ਸਮ ਲਿਆ 180 ਡਿਗਰੀ। ਇਸ ਤੋਂ ਪਹਿਲਾਂ ਜਿਹੜਾ ਐਂਗਲ 1 ਹੈ ਉਹ ਦੈਟ ਇਜ਼ ਇਕੁਅਲ ਟੂ I ਮਾਈਨਸ R1। ਤਾਂ ਇੱਥੇ ਦੇਖੋ ਕਿ ਜਿਹੜੀ ਟ੍ਰਾਇੰਗਲ ਫਸਟ ਆਪਾਂ ਇਹ ਵਾਲਾ ਸਰਫੇਸ ਲੈਂਦੇ ਹਾਂ। ਇਹ ਵਾਲਾ ਲਓ, ਇਹ ਵਾਲਾ ਦੋਨੋਂ ਐਂਗਲਸ ਅਗਰ ਇੱਥੇ ਦੇਖੀਏ ਇਸਨੂੰ ਸਮਾਲ ਡ੍ਰੌਪ ਕਰਕੇ ਇਹ ਐਂਗਲ I ਬਣ ਰਿਹਾ ਤੇ ਇੱਥੇ ਐਂਗਲ ਹੈ ਜਿਹੜਾ ਇਹ R ਬਣ ਰਿਹਾ। ਅਗਰ ਅਸੀਂ ਆਹ ਵਾਲਾ ਐਂਗਲ ਦੇਖਣਾ ਹੋਵੇ ਕਿੰਨਾ ਬਣੇਗਾ, ਤਾਂ ਇਹ ਦੋਨੋਂ ਕੀ ਬਣ ਰਿਹਾ ਐਂਗਲ ਵਰਟੀਕਲ ਓਪੋਜ਼ਿਟ ਐਂਗਲਸ। ਤਾਂ ਐਂਗਲ I ਇਜ਼ ਇਕੁਅਲਸ ਟੂ, ਇਸ ਨੂੰ ਮੰਨੋ ਐਂਗਲ 1, ਐਂਗਲ I ਕਿਸ ਦੇ ਇਕੁਅਲ ਹੋਏਗਾ 1 plus R ਦੇ। ਤਾਂ ਇੱਥੋਂ ਹੀ ਅਗਰ ਅਸੀਂ ਐਂਗਲ 1 ਫਾਈਂਡ ਕਰੀਏ ਤਾਂ ਉਹ ਕਿਸ ਦੇ ਇਕੁਅਲ ਹੋਏਗਾ I ਮਾਈਨਸ R1। ਠੀਕ ਹੈ। ਸਿਮਿਲਰਲੀ ਐਂਗਲ 1 ਕਿਸ ਦੇ ਇਕੁਅਲ ਹੋ ਗਿਆ ਐਂਗਲ I ਮਾਈਨਸ R1। ਸਿਮਿਲਰਲੀ ਇੱਥੇ ਐਂਗਲ 2 ਕਿਸ ਦੇ ਇਕੁਅਲ ਹੋ ਜਾਏਗਾ E ਮਾਈਨਸ R2। ਇਹ ਕੀ ਹੈ ਐਮਰਜੈਂਟ ਐਂਗਲ। ਇੱਥੋਂ ਹੀ ਕੰਟੀਨਿਊ ਕਰੀਏ ਤਾਂ ਇੱਥੇ ਦੇਖੋ ਇਨਕੁਏਸ਼ਨ ਇਸ ਦੇ ਵਿੱਚ ਅਸੀਂ ਟਰਾਈ ਕੀਤਾ ਕਿ ਐਂਗਲਸ ਦਾ ਸਮ ਹੈ ਜਿਹੜਾ 180 ਹੈ। ਟ੍ਰਾਇੰਗਲ ਦੇ ਐਂਗਲ ਦਾ ਸਮ ਦੇ ਇੱਥੇ ਕੁਆਡਰੀਲੇਟਰਲ ਦੇ ਦੋ ਐਂਗਲਸ ਲਈ ਨੇ ਜਿਨ੍ਹਾਂ ਦਾ ਸਮ 180 ਹੈ। ਦੇਖੋ ਦੋਨੋਂ ਇਕੁਏਸ਼ਨਸ ਦੇ ਵਿੱਚ ਰਾਈਟ ਹੈਂਡ ਸਾਈਡ ਹੈ ਜਿਹੜੀ ਉਹ 180 ਦੇ ਇਕੁਅਲ ਹੈ। ਅਗਰ ਰਾਈਟ ਹੈਂਡ ਸਾਈਡ ਇਕੁਅਲ ਹੈ ਤਾਂ ਦੋਨਾਂ ਦੀ ਲੈਫਟ ਹੈਂਡ ਸਾਈਡ ਵੀ ਇਕੁਅਲ ਹੋਏਗੀ। ਤਾਂ ਦੋਨਾਂ ਨੂੰ ਕੰਪੇਅਰ ਕੀਤਾ ਤਾਂ ਐਂਗਲ A plus M is equals to R1 plus R2 plus ਐਂਗਲ M। ਤੇ ਇਥੋਂ ਐਂਗਲ A M ਨਾਲ M ਕੈਂਸਲ, ਤਾਂ ਐਂਗਲ A ਕਿਸ ਇਕੁਅਲ ਹੋ ਜਾਏਗਾ R1 plus R2। now delta, angle delta ਕੀ ਹੈ angle of deviation angle ਦਾ ਇੱਥੋਂ ਸੇਮ ਇਹੀ ਦੁਬਾਰਾ ਫਿਰ ਟ੍ਰਾਇੰਗਲ ਨੂੰ ਡਰਾਅ ਕਰੋ। ਇਹ ਵਾਲੀ ਟ੍ਰਾਇੰਗਲ ਇਸ ਤੇ ਜਿਹੜਾ ਇਹ ਵਾਲਾ ਐਂਗਲ 1 ਤੇ ਇਹ ਵਾਲਾ ਐਂਗਲ 2 ਤੇ ਇਹ ਕੀ ਹੋਇਆ ਐਂਗਲ ਡੈਲਟਾ। ਹੁਣ ਟ੍ਰਾਇੰਗਲ ਦੀ ਸਾਨੂੰ ਇੱਕ ਪ੍ਰੋਪਰਟੀ ਪਤਾ ਜਿਸ ਦੇ ਵਿੱਚ ਕੀ ਹੁੰਦਾ ਐਕਸਮ ਆਫ ਇੰਟਰਨਲ ਐਂਗਲਸ ਇਜ਼ ਇਕੁਅਲਸ ਟੂ ਐਕਸਟਰਨਲ ਐਂਗਲ, यानी कि एंगल 1 प्लस एंगल 2 इज इक्वल्स टू डेल्टा। तो यही कंडीशन अप्लाई की है इतने। तो इस की हो गया डेल्टा इज इक्वल्स टू एंगल 1 प्लस एंगल 2। क्लियर। नाउ substitute the values of 1 and 2 एंगल 1 ਤੇ 2 ਦੀ ਵੈਲਿਊਜ਼ ਨੇ ਜਿਹੜੀਆਂ ਉੱਪਰ ਪੁੱਟ ਕਰ ਦੋ in equation 1।
Move back to the equation number 1. Equation 1 की है एंगल 1 किससे इक्वल है angle 1 is equals to I minus R1 and angle 2 is equals to E minus R2 इथे angle 1 ਤੇ angle 2 ਦੀ values ਨੇ ਜਿਹੜੀਆਂ ਆਪਾਂ put ਕਰੋ angle 1 plus angle 2 is equals to delta यानी कि दोनों इक्वेशन सम I minus R1 plus E minus R2 angle 1 ਦੀ ਵੈਲਿਊ एक की होगी एंगल 1 की वैल्यू तो एक की होगी एंगल 2 की वैल्यू दोनों का सम इज इक्वल टू डेल्टा तो दोनों के विचों आई प्लस ई ਨੂੰ ਕੰਬਾਈਨ ਕਰੋ ਤੇ R1 R2 ਦੋਨਾਂ ਦਾ ਮਾਈਨਸ ਕਾਮਨ ਲੈ ਕੇ ਅੰਦਰ ਕੀ ਰਹਿ ਗਿਆ R1 plus R2 ਨਾ ਹੁਣ ਇੱਥੇ ਦੇਖੋ ਜਿੱਦਾਂ ਅਸੀਂ ਪਹਿਲਾਂ ਤੇ ਡਰਾਈਵ ਕੀਤਾ एंगल ए किस इक्वल है सम ऑफ R1 plus R2 तो इतने R1 plus R2 की जगह पे की लिखा जाऊगा एंगल ए एंगल ए ਨੂੰ दूसरी साइड ले जाओ तो इक्वेशन बन गई डेल्टा प्लस ए इज इक्वल टू आई प्लस ए नाउ इतने एक सन कंडीशन लगाई है कि जो प्रिज्म है दैट इज द थिन प्रिज्म थिन प्रिज्म ਵੇਲੇ जो एंगल ऑफ डेविएशन है वो मिनिमम बनता है तो उसी एक कंडीशन होती है कि एंगल ऑफ इंसीडेंस इज इक्वल टू एंगल ऑफ एमरजेंस दोनों ने इक्वल रखो तो इतने आई प्लस ई सी तो उथे ई की जगह पे पुट कर देना आई तो एक ही बन जाएगा 2i डेल्टा प्लस ए इज इक्वल टू डेल्टा प्लस ए इज इक्वल्स टू 2i ठीक है तो इतों आई की वैल्यू अगर कैलकुलेट करिए तो 2 है जो डिनोमिनेटर से चला जाएगा कि बन जाएगा डेल्टा प्लस ए ओवर 2 नाउ अप्लाई स्नेल्स लॉ जो स्नेल्स लॉ अप्लाई करो तो स्नेल्स लॉ की सीगा दैट इज द सेकंड लॉ ऑफ रिफ्रैक्शन उसने की दसिया कि साइन एंगल ऑफ इंसिडेंस ओवर साइन एंगल ऑफ रिफ्रैक्शन यानी कि रेशियो ऑफ साइन एंगल ऑफ इंसिडेंस एंड एंगल ऑफ रिफ्रैक्शन साइन एंगल ऑफ रिफ्रैक्शन इज अ constant that constant is called the refractive index of the medium जो भी मीडियम यूज कर रहे हो उसका रिफ्रैक्टिव इंडेक्स तो स्नेल्स लॉ अप्लाई करो दैट इज द म्यू इज इक्वल्स टू साइन आई बाई साइन आर तो इथे इंसिडेंट एंगल वी आर टेकिंग दैट इंसिडेंस एंगल इज कॉल्ड angle of emergence over I is equals to EC ਤਾਂ E ਨੂੰ ਪੁੱਟ ਕੀਤਾ ਇੱਥੇ I ਨੂੰ ਪੁੱਟ ਕੀਤਾ E ਸਾइन R1 है ਜਿਹੜਾ R2 ਦੇ ਇਕੁਅਲ ਹੈ ਠੀਕ ਹੈ R1 is equals to R2 ਤਾਂ ਉਸ ਨੂੰ ਪੁੱਟ ਕਰ ਲਿਆ R ਠੀਕ ਹੈ ਤਾਂ ਐਂਗਲ ए भी ਸਾਨੂੰ ਜਦੋਂ ਪਤਾ ਐਂਗਲ A ਕਿਸ ਇਕੁਅਲ ਸੀ R1 plus R2 ਤਾਂ ਇੱਥੇ R1 R2 ਦੋਨੋਂ ਇਕੁਅਲ ਨੇ ਤੇ ਐਂਗਲ A ਕਿਸ ਇਕੁਅਲ ਹੋ ਜਾਏਗਾ 2R ਤੇ ਤਾਂ R ਦੀ ਵੈਲਿਊ ਇੱਥੋਂ ਕੈਲਕੂਲੇਟ ਕਰਾਂਗੇ A by 2 ਤਾਂ ਪੁੱਟ ਥੀਸ ਵੈਲਿਊਜ਼ ਇਹ ਦੋਨੋਂ ਵੈਲਿਊਜ਼ ਇੱਥੇ ਪੁੱਟ ਕਰ ਦੋ स्नेल्स लॉ ਦੇ ਵਿੱਚ ਤਾਂ mu is equals to sin I by sin R I ਦੀ ਵੈਲਿਊ ਅਸੀਂ ਇੱਥੇ ਕੈਲਕੂਲੇਟ ਕੀਤੀ ਹੈ R ਦੀ ਵੈਲਿਊ ਇਹ ਹੋਗੀ sin I ਦੀ ਜਗ੍ਹਾ ਤੇ ਕੀ ਲਿਖ ਲਾਂਗੇ ਡੈਲਟਾ ਪਲਸ A plus delta by 2 and नीचे की आ जाएगी R की जगह पे की आ जाएगा A by 2 this
relation between angle of deviation and refraction is called the prism formula. This is called the prism formula. ਇਸ ਨੂੰ ਅੱਗੇ ਕੰਟੀਨਿਊ ਕਰੀਏ ਤਾਂ ਇਹ ਸੇਮ ਰਿਲੇਸ਼ਨ ਅਸੀਂ ਫਾਈਂਡ ਰਿਲੇਸ਼ਨ ਯੂਜ਼ ਕਰਕੇ ਐਂਗਲ ਆਫ ਡੈਵੀਏਸ਼ਨ ਫਾਈਂਡ ਕਰਦੇ ਆਂਗੇ ਪ੍ਰੈਕਟੀਕਲ ਦੇ ਥਰੂ। ਪ੍ਰੈਕਟੀਕਲ ਦੇ ਵਿੱਚ ਕੀ ਹੈ, ਇੱਥੇ ਪ੍ਰਿਜ਼ਮ ਲਓ, ਪ੍ਰਿਜ਼ਮ ਦੇ ਅਰਾਊਂਡ ਅਸੀਂ ਪਿੰਸ ਲਗਾ ਕੇ ਐਂਗਲ ਆਫ ਇੰਸੀਡੈਂਸ ਬਣਾਉਂਦੇ ਆ ਤੇ ਐਂਗਲ ਆਫ ਰੀਫਰੈਕਸ਼ਨ ਯਾਨੀ ਕਿ ਇਮਰਜੈਂਟ ਐਂਗਲ ਇੱਥੋਂ ਫਾਈਂਡ ਕਰਦੇ ਆ। ਇੱਥੇ ਦੇਖੋ ਇੰਸੀਡੈਂਟ ਰੇ, ਇੰਸੀਡੈਂਟ ਰੇ ਨੂੰ ਰਿਪਰੈਜ਼ੈਂਟ ਕਰਦੇ ਹੋਏ ਦੋ ਪਿੰਸ ਲਗਾਈਆਂ ਤੇ ਪਿੰਸ ਦੇ ਥਰੂ ਅਸੀਂ ਇੱਧਰ ਦੂਸਰੀ ਸਾਈਡ ਤੇ ਆਪਾਂ ਉਹਨਾਂ ਦੀ ਰੀਫਰੈਕਸ਼ਨ ਵੇਖ ਕੇ ਉਸੇ ਸੇਮ ਪੁਆਇੰਟਸ ਤੇ ਅਸੀਂ ਪਿੰਸ ਲਗਾ ਕੇ ਰੀਫਰੈਕਸ਼ਨ ਚੈੱਕ ਕਰਦੇ ਆ। ਬਟ ਕੰਡੀਸ਼ਨ ਕੀ ਹੁੰਦੀ ਹੈ, ਪਿੰਸ ਲਗਾ ਕੇ ਅਸੀਂ ਕੀ ਵੇਖਣਾ ਕੀ ਹੁੰਦਾ ਹੈ ਕਿ ਸਾਨੂੰ ਜਿਹੜੀਆਂ ਦੋਨੋਂ ਪਿੰਸ ਨੇ ਉਹ ਇੱਕੋ ਹੀ ਲਾਈਨ ਦੇ ਵਿੱਚ ਨਜ਼ਰ ਆਉਣੇ। ਜਿੱਦਾਂ ਇੱਥੇ ਡਾਇਗਰਾਮ 'ਚ ਵੇਖ ਰਿਹਾ, ਸ਼ੋ ਹੋ ਰਿਹਾ ਕਿ ਜਿਹੜੀਆਂ ਇਹ ਪਿੰਸ ਨੇ, ਇੱਥੇ ਚਾਰੋਂ ਪਿੰਸ ਨੇ, ਬਟ ਸਾਨੂੰ ਕੀ ਸ਼ੋ ਰਿਹਾ ਕਿ ਸ਼ਾਇਦ ਇੱਥੇ ਇੱਕੋ ਹੀ ਪਿੰਨ ਹੈ, ਬਟ ਨਹੀਂ, ਇੱਥੇ ਚਾਰੋਂ ਪਿੰਸ ਨੇ ਜਿਹੜੀਆਂ ਉਹ ਇੱਕੋ ਲਾਈਨ ਦੇ ਵਿੱਚ ਨੇ ਤੇ ਉਸੇ ਕਰਕੇ ਹੀ ਸਾਨੂੰ ਚਾਰੋਂ ਪਿੰਸ ਨੇ ਜਿਹੜੀਆਂ ਉਹ ਇੱਕ ਪਿੰਨ ਦੀ ਤਰ੍ਹਾਂ ਹੀ ਨਜ਼ਰ ਆ ਰਹੀਆਂ ਨੇ। ਦੋ ਪਿੰਸ ਇੱਧਰ ਬੈਕ ਸਾਈਡ ਤੇ ਰੱਖੇ ਹੋਏ ਤੇ ਦੋ ਪਿੰਸ ਫਰੰਟ ਤੇ, ਬਟ ਇਹਨਾਂ ਦੋਨੋਂ ਪਿੰਸ ਦੀ ਰੀਫਰੈਕਸ਼ਨ ਸਾਨੂੰ ਇਸ ਪ੍ਰਿਜ਼ਮ ਦੇ ਵਿੱਚੋਂ ਇੱਥੇ ਨਜ਼ਰ ਆ ਰਹੀ ਸੀ। ਜਿੱਥੇ ਸਾਨੂੰ ਰੀਫਰੈਕਸ਼ਨ ਨਜ਼ਰ ਆ ਰਹੀ ਹੈ ਉਸੇ ਰਸਤੇ ਦੇ ਵਿੱਚ ਅਸੀਂ ਦੋ ਪਿੰਸ ਹੋਰ ਲਗਾਏ ਤੇ ਚਾਰੋਂ ਪਿੰਸ ਜਿੱਥੇ ਇੱਕੋ ਲਾਈਨ 'ਚ ਨਜ਼ਰ ਆਉਂਦੇ ਹੋਏ ਉਹੀ ਉਸੇ ਪੁਆਇੰਟ ਨੂੰ ਹੀ ਅਸੀਂ ਐਕਚੁਅਲ ਪੁਆਇੰਟ ਮੰਨ ਕੇ ਉਸ ਪੁਆਇੰਟਸ ਨੂੰ ਐਜ਼ ਅ ਲਾਈਨ ਡਰਾ ਕਰ ਲੈਣਾ। ਪੁਆਇੰਟਸ ਦੀ ਜਦੋਂ ਲਾਈਨ ਡਰਾ ਕੀਤੀ ਤਾਂ ਦੈਟ ਲਾਈਨ ਰਿਪਰੈਜ਼ੈਂਟ ਦਾ ਐਮਰਜੈਂਟ ਰੇ। ਦੇਖੋ ਇੱਥੇ ਇੱਥੇ ਇੰਸੀਡੈਂਟ ਰੇ ਤੇ ਇੱਥੋਂ ਸਾਨੂੰ ਐਮਰਜੈਂਟ ਰੇ ਮਿਲ ਰਹੀ ਆ। ਜਿੱਦਾਂ ਜਿੱਦਾਂ ਅਸੀਂ ਇੰਸੀਡੈਂਟ ਐਂਗਲ ਜਿਹੜਾ ਵੇਰੀ ਕਰਵਾਉਂਦੇ ਰਵਾਂਗੇ ਉਸੇ ਤਰ੍ਹਾਂ ਨਾਲ ਸਾਡਾ ਜਿਹੜਾ ਐਂਗਲ ਆਫ ਡੈਵੀਏਸ਼ਨ ਆ ਉਹ ਵੀ ਚੇਂਜ ਹੁੰਦਾ ਰਹੇਗਾ। ਸਪੋਜ਼ ਕਰੋ ਅਸੀਂ ਡਿਫਰੈਂਟ ਐਂਗਲ ਆਫ ਇੰਸੀਡੈਂਸ ਲਈ ਫਸਟ 35, ਜਦੋਂ ਐਂਗਲ ਆਫ ਇੰਸੀਡੈਂਸ 35 ਸੀ ਤਾਂ ਡੈਵੀਏਸ਼ਨ ਐਂਗਲ 43 ਆਇਆ। ਜਦੋਂ ਐਂਗਲ ਆਫ ਇੰਸੀਡੈਂਸ 40 ਸੀ ਤਾਂ ਐਂਗਲ ਡੈਵੀਏਸ਼ਨ 39 ਆਇਆ, 45, 38, 50 ਤੇ 38 ਵੈਲਿਊ। ਅਗੇਨ ਜਦੋਂ ਪਹਿਲਾਂ ਦੇਖੋ 43 ਤੋਂ ਜਿਹੜੀ ਵੈਲਿਊ ਡੈਵੀਏਸ਼ਨ ਦੀ ਡਿਕਰੀਜ਼ ਹੋ ਕੇ 38 ਤੱਕ ਪਹੁੰਚ ਗਈ। ਦੇ ਐਂਗਲ ਆਫ ਇੰਸੀਡੈਂਸ ਕੰਟੀਨਿਊਸਲੀ ਅਸੀਂ ਉਸਨੂੰ ਕੀ ਕਰ ਰਹੇ, ਇਨਕਰੀਜ਼ ਕਰ ਰਹੇ ਹਾਂਗੇ। ਤਾਂ ਹੁਣ ਨੈਕਸਟ ਦੇਖੋ 55 ਤੇ ਆ ਕੇ ਵੈਲਿਊ ਫਿਰ ਕੀ ਹੋਗੀ 39, ਯਾਨੀ ਕਿ 43 ਤੋਂ ਵੈਲਿਊ ਜਿਹੜੀ ਡਿਕਰੀਜ਼ ਹੋ ਕੇ 38 ਤੱਕ ਆ ਗਈ ਸੀ, ਉਸ ਤੋਂ ਬਾਅਦ ਫਿਰ ਉਹ ਵੈਲਿਊ ਇਨਕਰੀਜ਼ ਹੋਣੀ ਸਟਾਰਟ ਹੋ ਗਈ। ਐਂਗਲ ਆਫ ਇੰਸੀਡੈਂਸ ਜਦੋਂ 60 ਲਿਆ ਤੇ ਫਿਰ ਉਹ ਵੈਲਿਊ ਕੀ ਹੋਗੀ 42। ਇਹ ਸਾਰੀ ਵੈਲਿਊਜ਼ ਜਦੋਂ ਡਿਫਰੈਂਟ ਵੈਲਿਊਜ਼ ਆ ਗਈਆਂ, ਇਹਨਾਂ ਵੈਲਿਊਜ਼ ਤੋਂ ਹੀ ਅਸੀਂ ਅੱਗੇ ਇੱਕ ਗ੍ਰਾਫ ਡਰਾ ਕਰਨਾ, ਇੱਕ ਗ੍ਰਾਫਿਕਲ ਰਿਲੇਸ਼ਨ ਐਂਗਲ ਆਫ ਇੰਸੀਡੈਂਸ ਤੇ ਐਂਗਲ ਆਫ ਡੈਵੀਏਸ਼ਨ ਦੋਨਾਂ ਦੇ ਵਿਚਕਾਰ ਇੱਕ ਗ੍ਰਾਫ ਡਰਾ ਕੀਤਾ। ਡਿਫਰੈਂਟ ਵੈਲਿਊਜ਼ ਤੇ ਅਗਰ ਅਸੀਂ ਦੇਖੀਏ ਤਾਂ ਇੱਥੋਂ ਪੁਆਇੰਟ ਹੈ ਜਿਹੜੀ ਐਂਗਲ ਆਫ ਡੈਵੀਏਸ਼ਨ ਹੈ ਜਿਹੜੀ ਉਹ
ਪਹਿਲਾਂ ਕੀ ਹੈਗਾ, ਜਦੋਂ ਇਨਸੀਡੈਂਟ ਐਂਗਲ ਇਨਕਰੀਜ਼ ਕਰ ਰਿਹਾ, ਡੈਵੀਏਸ਼ਨ ਐਂਗਲ ਘਟਦਾ ਜਾ ਰਿਹਾ, ਤਾਂ ਇਨਸੀਡੈਂਟ ਜੋ ਗ੍ਰਾਫਿਕਲ ਰਿਲੇਸ਼ਨ ਆ ਉਹ ਵੀ ਕੀ ਹੋ ਰਿਹਾ ਕਿ ਐਂਗਲ ਹੈ ਜਿਹੜਾ ਉਹ ਘਟਦਾ ਜਾ ਰਿਹਾ, ਯਾਨੀ ਕਿ ਵੈਲਿਊ ਡਿਕਰੀਜ਼ ਹੁੰਦੀ ਜਾ ਰਹੀ ਹੈ। ਬਟ ਫਰਦਰ ਇੱਕ ਐਸਾ ਪੁਆਇੰਟ ਆਏਗਾ ਜਿਸ ਤੋਂ ਬਾਅਦ ਵੈਲਿਊ ਕੀ ਹੁੰਦੀ ਹੈ, ਇਨਕਰੀਜ਼ ਹੋਣੀ ਸਟਾਰਟ ਹੋ ਜਾਂਦੀ ਹੈ ਕਿ ਠੀਕ ਹੈ। ਤੇ ਇਹੋ ਹੀ ਜੋ ਪੁਆਇੰਟ ਹੈ, ਇਸ ਪੁਆਇੰਟ ਨੂੰ ਹੀ ਬੋਲਦੇ ਨੇ ਐਂਗਲ ਆਫ ਮਿਨੀਮਮ ਡੈਵੀਏਸ਼ਨ। ਡੈਲਟਾ ਐਮ ਦੇ ਨਾਲ ਡਰੋ ਕਰਦੇ ਆ ਐਂਗਲ ਆਫ ਮਿਨੀਮਮ ਡੈਵੀਏਸ਼ਨ, ਜਿਸ ਤੇ ਐਂਗਲ ਆਈ ਇਜ਼ ਇਕਵਲ ਟੂ ਐਂਗਲ ਈ ਹੁੰਦਾ ਹੈ। ਇੰਸੀਡੈਂਟ ਐਂਗਲ ਇਮਰਜੈਂਟ ਐਂਗਲ ਦੇ ਇਕੁਅਲ ਹੋ ਜਾਂਦਾ ਹੈ। ਉਸ ਪੁਆਇੰਟ ਤੋਂ ਬਾਅਦ ਫਿਰ ਜੇਕਰ ਅਸੀਂ ਇੰਸੀਡੈਂਟ ਐਂਗਲ ਇਨਕਰੀਜ਼ ਕਰਦੇ ਆ ਤਾਂ ਦੇ ਨਾਲ ਕੀ ਹੋ ਰਿਹਾ ਹੈਗਾ ਕਿ ਐਂਗਲ ਆਫ ਡੇਵੀਏਸ਼ਨ ਹੈ ਜਿਹੜਾ ਉਹ ਵੀ ਇਨਕਰੀਜ਼ ਹੋ ਰਿਹਾ, यानी कि जो ग्राफिकल रिलेशन ऑफ की रिप्रेजेंट कर रहा है कि एंगल ऑफ इंसिडेंस इंक्रीज होने ਨਾਲ डेविएशन एंगल भी डिक्रीज होएगा। बट आफ्टर दैट ਇੱਕ ਪੁਆਇੰਟ ਇੱਦਾਂ ਆਏਗਾ ਜਿੱਥੇ ਡੈਵੀਏਸ਼ਨ ਬਿਲਕੁਲ ਸਮਾਲ ਹੋ ਜਾਏਗੀ, ਜਿਸ ਨੂੰ ਬੋਲਦੇ ਆ ਐਂਗਲ ਆਫ ਮਿਨੀਮਮ ਡੈਵੀਏਸ਼ਨ। ਉਸ ਤੋਂ ਬਾਅਦ ਫਿਰ ਫਰਦਰ ਉਸ ਦੇ ਵਿੱਚ ਇਨਕਰੀਜ਼ ਹੋਣਾ ਸਟਾਰਟ ਹੋ ਜਾਂਦਾ ਹੈ। ਇਹ ਕੀ ਹੋ ਗਿਆ, ਗ੍ਰਾਫਿਕਲ ਰਿਲੇਸ਼ਨ ਬਿਟਵੀਨ ਦ ਐਂਗਲ ਆਫ ਇੰਸੀਡੈਂਸ ਐਂਡ ਐਂਗਲ ਆਫ ਡੈਵੀਏਸ਼ਨ। ਇਸ ਦੇ ਵਿੱਚ ਅਸੀਂ ਜੋ ਪ੍ਰਿਜ਼ਮ ਯੂਜ਼ ਕੀਤਾ ਸੀ ਇਕੁਲੇਟਰਲ ਪ੍ਰਿਜ਼ਮ ਸੀ, ਜਿਸ ਦੇ ਐਂਗਲ ਆਫ ਪ੍ਰਿਜ਼ਮ ਸੀਗਾ 60 ਡਿਗਰੀ। ਐਂਗਲ ਆਫ ਪ੍ਰਿਜ਼ਮ 60 ਡਿਗਰੀ। ਐਂਗਲ ਆਫ ਪ੍ਰਿਜ਼ਮ ਜਿੱਦਾਂ ਆਪਾਂ ਦੇਖਿਆ ਕਿ ਪਹਿਲਾਂ ਕੋਈ ਵੀ ਇੱਦਾਂ ਪ੍ਰਿਜ਼ਮ ਆ, ਉਸ ਦਾ ਜਿਹੜੇ ਇਹ ਵਾਲਾ ਪ੍ਰਿਜ਼ਮ ਹੁੰਦਾ ਉਸਨੂੰ ਐਂਗਲ ਆਫ ਪ੍ਰਿਜ਼ਮ ਬੋਲਦੇ ਆ, ਇਹ ਦੇ ਨਾਲ ਉਸਨੂੰ ਡਿਨੋਟ ਕਰਦੇ ਆ। ਥੈਂਕ ਯੂ, ਹੈਵ ਅ ਨਾਈਸ ਡੇ।